किताब दा नाम एक ते उपजै एक समावै। लेखक दा नाम गुरजंट सिंह आस्ट्रेलिया। आवाज़ जगजीत सिंह ईसेवाल। पाठकां लई सुझाव। जेकर तुसीं इस किताब नूं पढ़ना चाहुंदे हो तां इस दे पहले पन्ने तो लैके आखिरी पन्ने तक इसदा एक एक अखर पढ़ना लाजमी है। इस किताब विच ब्रह्म ਗਿਆਨ ਦੀ ਪ੍ਰਾਪਤੀ ਲਈ ਸਾਡੀ ਜ਼ਿੰਦਗੀ ਦੇ ਜਿੰਨੇ ਵੀ ਪੱਖ ਲਾਜ਼ਮੀ ਹਨ ਉਹਨਾਂ ਸਭ ਪੱਖਾਂ ਦੀ ਵਿਆਖਿਆ ਵਿਸਥਾਰ ਨਾਲ ਤਰਕ ਦੇ ਆਧਾਰ ਉੱਤੇ ਕੀਤੀ ਗਈ ਹੈ। ਜੇਕਰ ਅਸੀਂ ਇਹਨਾਂ ਸਾਰੇ ਪੱਖਾਂ ਵਿੱਚੋਂ ਕਿਸੇ ਇੱਕ ਪੱਖ ਨੂੰ ਵੀ ਛੱਡਦੇ ਹਾਂ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਅਸੰਭਵ ਹੈ। ਇੱਕ ਸੁਚੱਜਾ ਜੀਵਨ ਬਤੀਤ ਕਰਦੇ ਹੋਏ ਬ੍ਰਹਮ ਗਿਆਨ ਦੀ ਪ੍ਰਾਪਤੀ ਇਹਨਾਂ ਸਾਰੇ ਪੱਖਾਂ ਨੂੰ ਸਹੀ ਢੰਗ ਨਾਲ ਜੀਣ ਦੁਆਰਾ ਹੀ ਹੁੰਦੀ ਹੈ। ਇਸ ਕਿਤਾਬ ਦੇ ਜ਼ਰੀਏ ਮਨ ਦੇ ਉਹਨਾਂ ਸਾਰੇ ਸਵਾਲਾਂ ਦੇ ਉੱਤਰ ਵੀ ਦਿੱਤੇ ਗਏ ਹਨ ਜਿਨ੍ਹਾਂ ਦੁਆਰਾ ਇਹ ਹਮੇਸ਼ਾ ਹੀ ਸਾਨੂੰ ਮਾਇਆ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜੇਕਰ ਤੁਸੀਂ ਇਸ ਕਿਤਾਬ ਨੂੰ ਸ਼ੁਰੂ ਤੋਂ ਪੜ੍ਹਨ ਦੀ ਬਜਾਏ ਅੱਧ ਵਿਚਕਾਰ ਤੋਂ ਹੀ ਇਸ ਦਾ ਕੋਈ ਅਧਿਆਇ ਪੜ੍ਹਨ ਲੱਗ ਜਾਓਗੇ ਤਾਂ ਤੁਸੀਂ ਆਪਣੇ ਮਨ ਦੇ ਸਾਰੇ ਸਵਾਲਾਂ ਦੇ ਉੱਤਰ ਨਹੀਂ ਜਾਣ ਪਾਓਗੇ। ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਮਨ ਦੇ ਅਧਿਆਤਮਿਕਤਾ ਸੰਬੰਧੀ ਸਾਰੇ ਸਵਾਲਾਂ ਦੇ ਉੱਤਰ ਪਤਾ ਹੋਣੇ ਬਹੁਤ ਹੀ ਜ਼ਰੂਰੀ ਹਨ। ਜੇਕਰ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਉੱਤਰ ਪਤਾ ਹੋਣ ਤਾਂ ਅਸੀਂ ਕਦੇ ਵੀ ਜੀਵਨ ਤੋਂ ਨਿਰਾਸ਼ ਨਹੀਂ ਹੁੰਦੇ ਤੇ ਨਾ ਹੀ ਇਸ ਨੂੰ ਕਾਲ ਦੇ ਮੂੰਹ ਵਿੱਚ ਧੱਕਣ ਵਾਲੇ ਮਨ ਦੇ ਮਾਇਆ ਜਾਲ ਵਿੱਚ ਫਸਦੇ ਹਾਂ। ਇਸ ਤੋਂ ਬਾਅਦ ਅਸੀਂ ਭਗਤੀ ਮਾਰਗ ਉੱਤੇ ਬੜੀ ਹੀ ਆਸਾਨੀ ਨਾਲ ਅੱਗੇ ਵੱਧ ਜਾਂਦੇ ਹਾਂ। ਇਸ ਲਈ ਕਿਤਾਬ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੜ੍ਹਨਾ ਲਾਜ਼ਮੀ ਹੈ। ਇਸ ਕਿਤਾਬ ਵਿੱਚ ਤੁਹਾਨੂੰ ਬ੍ਰਹਿਮੰਡ ਦੀ ਸ਼ੁਰੂਆਤ ਤੋਂ ਲੈ ਕੇ 84 ਲੱਖ ਜੂਨਾਂ ਦੇ ਸਫ਼ਰ ਨੂੰ ਤਹਿ ਕਰਕੇ ਆਤਮਾ ਦੇ ਬ੍ਰਹਮ ਵਿੱਚ ਸਮਾਉਣ ਤੱਕ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਦਾਸ ਨੇ ਇਹ ਕਿਤਾਬ 17 ਸਾਲਾਂ ਦੀ ਸਿੱਖਿਆ ਅਤੇ ਤਜਰਬੇ ਦੇ ਆਧਾਰ 'ਤੇ ਲਿਖੀ ਹੈ। ਉਮੀਦ ਹੈ ਕਿ ਤੁਹਾਨੂੰ ਪਰਮਾਤਮਾ ਦੀ ਕਿਰਪਾ ਨਾਲ ਨੇਪਰੇ ਚਾੜ੍ਹੀ ਗਈ ਇਹ ਕਿਰਤ ਪਸੰਦ ਆਵੇਗੀ। ਕਿਤਾਬ ਦੀ ਪ੍ਰਵੇਸ਼ਕਾ। ਕੀ ਪਰਮਾਤਮਾ ਹੈ? ਜੋ ਮੈਂ ਕਰਦਾ ਹਾਂ ਕੀ ਇਹ ਸਭ ਪਹਿਲਾਂ ਤੋਂ ਹੀ ਤੈਅ ਹੈ? ਕੀ ਮੈਂ ਜੋ ਕਰਦਾ ਹਾਂ ਉਸ ਦਾ ਮੇਰੇ ਭਵਿੱਖ ਉੱਪਰ ਕੋਈ ਅਸਰ ਹੈ? ਜੇ ਮੈਂ ਪਾਪ ਕਰਾਂ ਕੀ ਮੈਨੂੰ ਦੰਡ ਮਿਲੇਗਾ? ਜੇ ਮੈਂ ਪੁੰਨ ਕਰਦਾ ਹਾਂ ਕੀ ਮੈਨੂੰ ਭਵਿੱਖ ਵਿੱਚ ਚੰਗਾ ਫਲ ਪ੍ਰਾਪਤ ਹੋਵੇਗਾ? ਕਿਉਂ ਮੇਰੀ ਕੋਈ ਇੱਜ਼ਤ ਨਹੀਂ ਕਰਦਾ? ਕਿਉਂ ਮੈਂ ਆਪਣੇ ਹਰ ਯਤਨ ਵਿੱਚ ਫੇਲ ਹੁੰਦਾ ਹਾਂ? ਕੋਈ ਕਿਉਂ ਬਿਨਾਂ ਯਤਨ ਦੇ ਤਰੱਕੀ ਕਰ ਜਾਂਦਾ ਹੈ? ਕੋਈ ਪਾਪੀ ਹੁੰਦੇ ਹੋਏ ਵੀ ਸੁਖੀ ਕਿਉਂ ਰਹਿੰਦਾ ਹੈ? ਮੈਂ ਸਮਾਜਿਕ ਨਿਯਮਾਂ ਰਸਮਾਂ ਨੂੰ ਕਿਉਂ ਮੰਨਾਂ? ਮੈਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਾਂ? ਇਹਨਾਂ ਸਭ ਸਵਾਲਾਂ ਦੇ ਉੱਤਰ ਤੁਹਾਨੂੰ ਇਸ ਕਿਤਾਬ ਦੁਆਰਾ ਵਿਸਥਾਰ ਨਾਲ ਦਿੱਤੇ ਜਾਣਗੇ। ਸਭ ਤੋਂ ਮਹੱਤਵਪੂਰਨ ਸਵਾਲ ਮੈਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਾਂ, ਇਸ ਦਾ ਉੱਤਰ ਅਖੀਰ ਵਿੱਚ ਅਤੇ ਵਿਸਥਾਰ ਨਾਲ ਦਿੱਤਾ ਜਾਵੇਗਾ। ਪਰ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਤੁਸੀਂ ਭਗਤੀ ਉਸ ਸਮੇਂ ਤੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਹਾਨੂੰ ਇਸ ਸਵਾਲ ਤੋਂ ਪਹਿਲੇ ਸਵਾਲਾਂ ਦੇ ਉੱਤਰ ਮਿਲ ਜਾਣ। ਜੇਕਰ ਤੁਹਾਨੂੰ ਪਹਿਲੇ ਸਵਾਲਾਂ ਦੇ ਉੱਤਰ ਨਹੀਂ ਮਿਲਣਗੇ ਤਾਂ ਭਗਤੀ ਵਿੱਚ ਤੁਹਾਡਾ ਮਨ ਹਰ ਵੇਲੇ ਕੋਈ ਨਾ ਕੋਈ ਸਵਾਲ ਪੈਦਾ ਕਰਕੇ ਤੁਹਾਡਾ ਭਗਤੀ ਤੋਂ ਧਿਆਨ ਤੋੜ ਦੇਵੇਗਾ। ਇਹ ਤੁਹਾਨੂੰ ਭਰਮ ਭੁਲੇਖਿਆਂ ਵਿੱਚ ਪਾਵੇਗਾ। ਆਮ ਤੌਰ 'ਤੇ ਲੋਕ ਸੋਚਦੇ ਹਨ ਕਿ ਮੈਂ ਭਗਤੀ ਕਿਉਂ ਕਰਾਂ? ਮੈਨੂੰ ਕੀ ਪਤਾ ਕਿ ਪਰਮਾਤਮਾ ਹੈ ਜਾਂ ਨਹੀਂ? ਮੈਂ ਐਵੇਂ ਹੀ ਭਗਤੀ ਵਿੱਚ ਸਮਾਂ ਬਰਬਾਦ ਕਰ ਰਿਹਾ ਹਾਂ। ਮੈਂ ਭਗਤੀ ਮਾਰਗ ਉੱਤੇ ਚੱਲ ਕੇ ਆਪਣੇ ਜੀਵਨ ਦੇ ਖੁਸ਼ੀ ਖੇੜਿਆਂ ਨੂੰ ਖਰਾਬ ਕਿਉਂ ਕਰਾਂ? ਭਗਤੀ ਕਰਕੇ ਤਾਂ ਬਹੁਤ ਸਮਾਂ ਖਰਾਬ ਹੋਵੇਗਾ। ਕਈ ਸਾਲ ਹੋ ਗਏ ਮੈਂ ਭਗਤੀ ਕਰ ਰਿਹਾ ਹਾਂ ਪਰ ਮੈਨੂੰ ਕੁਝ ਨਹੀਂ ਮਿਲਿਆ। ਮੈਂ ਆਪਣਾ ਸਮਾਂ ਹੀ ਖਰਾਬ ਕੀਤਾ ਹੈ। ਮੇਰਾ ਦੋਸਤ ਮਾਸ ਖਾਂਦਾ ਹੈ, ਜੂਆ ਖੇਡਦਾ ਹੈ, ਕਾਲਾ ਧਨ ਕਮਾਉਂਦਾ ਹੈ ਪਰ ਉਹ ਆਪਣੇ ਜੀਵਨ ਦਾ ਆਨੰਦ ਮਾਣ ਰਿਹਾ ਹੈ। ਉਸ ਦਾ ਜੀਵਨ ਤਾਂ ਚੰਗਾ ਚੱਲ ਰਿਹਾ ਹੈ। ਫਿਰ ਮੈਂ ਇਹ ਸਭ ਛੱਡ ਕੇ ਆਪਣੇ ਜੀਵਨ ਨੂੰ
ਨੀਰਸ ਕਿਉਂ ਬਣਾਵਾਂ? ਜੋ ਲੋਕ ਕਾਲਾ ਧਨ ਕਮਾਉਂਦੇ ਹਨ ਉਹ ਬਹੁਤ ਅਮੀਰ ਹਨ, ਪਰ ਜੋ ਮਿਹਨਤ ਕਰਕੇ ਹੱਕ ਹਲਾਲ ਦੀ ਕਮਾਈ ਕਰਦੇ ਹਨ ਉਹਨਾਂ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲਦਾ ਹੈ। ਫਿਰ ਮਿਹਨਤ ਦੀ ਕਮਾਈ ਦਾ ਕੀ ਫਾਇਦਾ? ਮੈਂ ਪਰਮਾਤਮਾ ਵਿੱਚ ਵਿਸ਼ਵਾਸ ਰੱਖਦਾ ਹਾਂ, ਤਹਿ ਦਿਲ ਤੋਂ ਉਸ ਅੱਗੇ ਪ੍ਰਾਰਥਨਾਵਾਂ ਕਰਦਾ ਹਾਂ। ਮੈਂ ਕਿਸੇ ਨੂੰ ਵੀ ਦੁਖੀ ਨਹੀਂ ਕਰਦਾ, ਪਰ ਫਿਰ ਵੀ ਮੇਰਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ, ਕੋਈ ਮੇਰੀ ਇੱਜ਼ਤ ਨਹੀਂ ਕਰਦਾ। ਮੈਨੂੰ ਲੱਗਦਾ ਕਿ ਮੈਂ ਮੂਰਖ ਹਾਂ, ਮੈਂ ਐਵੇਂ ਹੀ ਇਹ ਸਭ ਕਰ ਰਿਹਾ ਹਾਂ। ਮੈਨੂੰ ਲੱਗਦਾ ਪਰਮਾਤਮਾ ਹੈ ਹੀ ਨਹੀਂ, ਜੇ ਹੁੰਦਾ ਤਾਂ ਮੇਰੀ ਜ਼ਰੂਰ ਸੁਣਦਾ, ਪਰ ਕੁਝ ਵੀ ਨਹੀਂ ਹੋਇਆ। ਪਰਮਾਤਮਾ ਤਾਂ ਹੈ ਹੀ ਨਹੀਂ, ਮੈਂ ਹੀ ਮੂਰਖ ਬਣ ਗਿਆ। ਮੈਨੂੰ ਭਗਤੀ ਕਰਕੇ ਕੁਝ ਨਹੀਂ ਮਿਲਣਾ, ਮੈਨੂੰ ਹੋਰਨਾਂ ਵਾਂਗ ਜੀਵਨ ਜੀਣਾ ਚਾਹੀਦਾ ਹੈ। ਸੱਚੇ ਪੱਕੇ ਜੀਵਨ ਨਾਲ ਮੈਂ ਆਪਣੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ। ਜੀਵ ਜੰਤੂਆਂ ਦੀ ਤਕਲੀਫ ਬਾਰੇ ਸੋਚ ਕੇ ਮੈਂ ਆਪਣਾ ਸਵਾਦ ਖਰਾਬ ਨਹੀਂ ਕਰ ਸਕਦਾ। ਦੂਸਰੇ ਲੋਕਾਂ ਦੇ ਲਈ ਸੋਚ ਕੇ ਮੈਂ ਆਪਣਾ ਜੀਵਨ ਕਿਉਂ ਬਰਬਾਦ ਕਰਾਂ? ਮੈਂ ਤਾਂ ਉਹ ਹੀ ਕਰਾਂਗਾ ਜੋ ਮੈਨੂੰ ਚੰਗਾ ਲੱਗੇਗਾ। ਮੈਂ ਕਿਸੇ ਦੀ ਪਰਵਾਹ ਕਿਉਂ ਕਰਾਂ? ਮੈਂ ਨਹੀਂ ਭਗਤੀ ਕਰਨੀ, ਮੈਂ ਨਹੀਂ ਨਾਮ ਜਪਣਾ। ਮੈਂ ਤਾਂ ਜੀਵਨ ਦਾ ਪੂਰਾ ਆਨੰਦ ਲਵਾਂਗਾ। ਜੋ ਮੈਨੂੰ ਚੰਗਾ ਲੱਗਦਾ ਹੈ ਮੈਂ ਕਰਾਂਗਾ, ਚਾਹੇ ਕਿਸੇ ਨੂੰ ਉਹ ਗਲਤ ਲੱਗੇ ਭਾਵੇਂ ਠੀਕ। ਕਿਸੇ ਬਾਰੇ ਸੋਚ ਕੇ ਮੈਂ ਆਪਣਾ ਆਨੰਦ ਕਿਉਂ ਖਰਾਬ ਕਰਾਂ? ਮੈਂ ਕਿਸੇ ਦਾ ਠੇਕਾ ਨਹੀਂ ਲਿਆ, ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਵਾਂਗਾ। ਇੱਥੇ ਆ ਕੇ ਮਨੁੱਖ ਭਟਕ ਜਾਂਦਾ ਹੈ। ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਉਹ ਆਪਣੇ ਮਨ ਦੇ ਸਵਾਲਾਂ ਦੇ ਉੱਤਰ ਲੱਭੇ ਬਿਨਾਂ ਹੀ ਭਗਤੀ ਕਰਨ ਬੈਠ ਜਾਂਦਾ ਹੈ, ਪਰ ਮਨ ਦੇ ਸਵਾਲ ਉਸ ਨੂੰ ਭਗਤੀ ਮਾਰਗ ਤੋਂ ਭਟਕਾ ਦਿੰਦੇ ਹਨ। ਇਸ ਲਈ ਪਹਿਲਾਂ ਮਨ ਦੇ ਸਵਾਲਾਂ ਦੇ ਉੱਤਰ ਮਿਲਣੇ ਜ਼ਰੂਰੀ ਹਨ। ਇਸ ਕਿਤਾਬ ਦੇ ਜ਼ਰੀਏ ਤੁਹਾਨੂੰ ਪਹਿਲਾਂ ਮਨ ਦੇ ਸਵਾਲਾਂ ਦੇ ਉੱਤਰ ਦਿੱਤੇ ਜਾਣਗੇ ਤੇ ਫਿਰ ਇਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਭਗਤੀ ਕਿਵੇਂ ਕਰਨੀ ਹੈ। ਭਗਤੀ ਮਾਰਗ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੇ ਆਭਾਸ ਹੋਣਗੇ, ਤੁਹਾਡੇ ਸਰੀਰ ਅੰਦਰ ਕੀ ਕਿਰਿਆਵਾਂ ਹੋਣਗੀਆਂ। ਭਗਤੀ ਦੀ ਸ਼ੁਰੂਆਤ ਤੋਂ ਲੈ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਤੱਕ ਤੁਹਾਡੇ ਨਾਲ ਕੀ ਹੋਵੇਗਾ, ਤੁਹਾਨੂੰ ਕੀ ਅਜੀਬ ਖੇਡਾਂ ਵੇਖਣ ਨੂੰ ਮਿਲਣਗੀਆਂ, ਤੁਹਾਡੇ ਮਨ ਅੰਦਰ ਕਿਵੇਂ ਦੇ ਵਿਚਾਰ ਆਉਣਗੇ, ਗਾਇਬੀ ਸ਼ਕਤੀਆਂ ਤੁਹਾਨੂੰ ਕਿਵੇਂ ਭਟਕਾਉਣ ਦੀ ਕੋਸ਼ਿਸ਼ ਕਰਨਗੀਆਂ, ਤੁਹਾਡੇ ਸਰੀਰ ਅੰਦਰ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਸਹਾਇਕ ਅੰਗਾਂ ਅੰਦਰ ਕੀ ਕਿਰਿਆਵਾਂ ਚੱਲਦੀਆਂ ਹਨ। ਇਹਨਾਂ ਸਭ ਦੀ ਜਾਣਕਾਰੀ ਤੁਹਾਨੂੰ ਇਸ ਕਿਤਾਬ ਦੁਆਰਾ ਦਿੱਤੀ ਜਾ ਰਹੀ ਹੈ, ਪਰ ਮੈਨੂੰ ਤੁਹਾਡੇ ਕੋਲੋਂ ਇੱਕ ਚੀਜ਼ ਦੀ ਜ਼ਰੂਰਤ ਹੈ, ਉਹ ਹੀ ਸਭ ਤੋਂ ਜ਼ਰੂਰੀ ਹੈ। ਉਸ ਦੇ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਕੀ ਤੁਸੀਂ ਮੈਨੂੰ ਉਹ ਚੀਜ਼ ਦੇਵੋਗੇ? ਕੀ ਤੁਸੀਂ ਮੇਰੇ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਮੈਨੂੰ ਉਹ ਜ਼ਰੂਰ ਦੇਵੋਗੇ? ਜੇ ਤਿਆਰ ਹੋ ਤਾਂ ਮੈਂ ਤੁਹਾਡੇ ਕੋਲੋਂ ਵਿਸ਼ਵਾਸ ਮੰਗਦਾ ਹਾਂ। ਜੇਕਰ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋਗੇ ਤਾਂ ਤੁਸੀਂ ਇੱਕ ਬਣ ਜਾਵੋਗੇ, ਪਰ ਜੇ ਤੁਸੀਂ ਪੂਰੀ ਕਿਤਾਬ ਪੜ੍ਹ ਕੇ ਵੀ ਵਿਸ਼ਵਾਸ ਨਹੀਂ ਕਰੋਗੇ ਤਾਂ ਜ਼ੀਰੋ ਹੀ ਰਹੋਗੇ। ਇਸ ਕਿਤਾਬ ਦੁਆਰਾ ਤੁਹਾਡੇ ਅੱਗੇ ਜੋ ਕੁਝ ਵੀ ਪੇਸ਼ ਕੀਤਾ ਜਾ ਰਿਹਾ ਹੈ, ਜੇਕਰ ਤੁਹਾਨੂੰ ਇਸ ਦੇ ਉੱਪਰ ਵੀ ਵਿਸ਼ਵਾਸ ਨਾ ਹੋਇਆ ਤਾਂ ਤੁਸੀਂ ਕਦੇ ਇੱਕ ਬਣ ਹੀ ਨਹੀਂ ਸਕਦੇ। ਇਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ। ਸਾਰੇ ਧਰਮ ਅਲੱਗ-ਅਲੱਗ ਰਸਤੇ ਹਨ, ਪਰ ਮੰਜ਼ਿਲ ਇੱਕ ਹੈ ਤੇ ਉਹ ਹੈ ਪਰਮਾਤਮਾ। ਧਾਰਮਿਕ ਮਾਰਗ ਉੱਤੇ ਚੱਲਦੇ ਹੋਏ ਅਸੀਂ ਧਾਰਮਿਕ ਅਵਸਥਾ ਤੋਂ ਇੱਕ ਨਵੀਂ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ। ਇਹ ਧਾਰਮਿਕ ਮਾਰਗ ਦਾ ਦੂਸਰਾ ਪੜਾਅ ਹੁੰਦਾ ਹੈ, ਪਰ ਇਸ ਵਿੱਚ ਪ੍ਰਵੇਸ਼ ਕਰਨ ਲਈ ਧਰਮ ਵਿੱਚ ਪੱਕੇ ਹੋਣਾ ਜ਼ਰੂਰੀ ਹੈ। ਜਦ ਅਸੀਂ ਧਰਮ ਵਿੱਚ ਪੱਕੇ ਹੋ ਜਾਂਦੇ ਹਾਂ ਤਾਂ ਹੀ ਅਸੀਂ ਇਸ ਦੂਜੀ ਅਵਸਥਾ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਇਸ ਦੂਜੀ ਅਵਸਥਾ ਦਾ ਨਾਮ ਹੈ ਅਧਿਆਤਮਿਕਤਾ। ਇਸ ਦੂਜੀ ਅਵਸਥਾ ਵਿੱਚ ਪ੍ਰਵੇਸ਼ ਕਰਕੇ ਅਸੀਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਨ ਦੇ ਬਹੁਤ ਨਜ਼ਦੀਕ ਪਹੁੰਚ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਧਾਰਮਿਕ ਮਾਰਗ ਦੇ ਦੋ ਪੜਾਅ ਹੁੰਦੇ ਹਨ। ਇਸ ਦਾ ਇੱਕ ਪੜਾਅ ਧਰਮ ਅਖਵਾਉਂਦਾ ਹੈ ਤੇ ਦੂਸਰਾ ਅਧਿਆਤਮਿਕਤਾ। ਧਰਮ ਵਾਲਾ ਪੜਾਅ ਤੰਗ, ਭੀੜਾ,
ਉਬੜ ਖਾਬੜ ਤੇ ਮੁਸ਼ਕਲਾਂ ਭਰਿਆ ਹੁੰਦਾ ਹੈ, ਪਰ ਅਧਿਆਤਮਿਕਤਾ ਵਾਲਾ ਪੜਾਅ ਖੁੱਲ੍ਹਾ ਡੁੱਲਾ, ਸਾਫ ਸੁਥਰਾ ਅਤੇ ਆਸਾਨ ਹੁੰਦਾ ਹੈ। ਜੇਕਰ ਤੁਸੀਂ ਅਧਿਆਤਮਿਕਤਾ ਤੱਕ ਪਹੁੰਚਣਾ ਹੈ ਤਾਂ ਧਰਮ ਨੂੰ ਪੂਰੀ ਤਰ੍ਹਾਂ ਨਿਭਾਉਣਾ ਲਾਜ਼ਮੀ ਹੈ। ਇਨਸਾਨ ਧਾਰਮਿਕ ਮਾਰਗ ਵਿੱਚ ਪਹਿਲਾ ਧਰਮ ਨਿਭਾਉਂਦਾ ਹੈ, ਫਿਰ ਉਸ ਤੋਂ ਬਾਅਦ ਅਧਿਆਤਮਿਕਤਾ ਵਿੱਚ ਵਿਚਰਦਾ ਹੋਇਆ ਪਰਮਾਤਮਾ ਨੂੰ ਪ੍ਰਾਪਤ ਕਰਕੇ ਇੱਕ ਹੋ ਜਾਂਦਾ ਹੈ। ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਧਾਰਮਿਕ ਮਾਰਗ ਖਤਮ ਹੋ ਜਾਂਦਾ ਹੈ। ਧਾਰਮਿਕ ਮਾਰਗ ਦੇ 0 ਨੰਬਰ ਤੋਂ ਸ਼ੁਰੂ ਹੋ ਕੇ ਸਿਖਰ ਤੱਕ ਬ੍ਰਹਮ ਗਿਆਨ ਦੀ ਪ੍ਰਾਪਤੀ ਤੱਕ ਮਹੱਤਵਪੂਰਨ ਜਾਣਕਾਰੀ ਨਾਲ ਭਰਪੂਰ ਇਹ ਕਿਤਾਬ ਤੁਹਾਡੇ ਅੱਗੇ ਪੇਸ਼ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਤੁਸੀਂ ਇਸ ਉੱਪਰ ਅਮਲ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।